थैंक यू फादर। प्रभु यीशु मसीह नासरी के नाम ਨਾਲ ਫਿਰ ਸਾਰਿਆਂ ਦਾ ਇੱਕ ਵਾਰੀ ਦੁਬਾਰਾ ਪਰਮੇਸ਼ਵਰ ਨੇ ਸਾਨੂੰ ਮੌਕਾ ਦਿੱਤਾ, ਸਾਂਸ ਦਿੱਤੇ, ਆਪਣੀ ਹਜ਼ੂਰੀ ਦਿੱਤੀ। ਉਸ ਹਜ਼ੂਰੀ ਪਵਿੱਤਰ ਹਜ਼ੂਰੀ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਹਾਂ। ਪਰਮੇਸ਼ਵਰ ਦੀ ਪਵਿੱਤਰ ਹਜ਼ੂਰੀ ਸਾਰਿਆਂ ਨੂੰ ਧੰਨ ਧੰਨ ਪਰਮੇਸ਼ਵਰ ਦੇ ਨਾਮ ਨੂੰ ਧੰਨ ਧੰਨ ਕਹਿੰਦੇ ਹਾਂ ਤੇ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ। ਪ੍ਰਾਰਥਨਾ ਵਿੱਚ ਜਾਵਾਂਗੇ। हे पिता परमेश्वर, ਤੁਸੀਂ ਪਵਿੱਤਰ 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 ਪਰਮੇਸ਼ਵਰ ਹੋ। ਤੁਹਾਡੀ ਹਜ਼ੂਰੀ ਚ ਆਇਆ, ਤੁਹਾਡੀ ਕਿਰਪਾ ਦੀ ਬਦੌਲਤ ਆਏ ਖੁਦਾਵੰਦ। ਤੁਹਾਡੀ ਇਸ ਕਿਰਪਾ ਲਈ ਸ਼ੁਕਰ ਕਰਦੇ ਹਾਂ। ਇਹ ਪਿਤਾ ਪਰਮੇਸ਼ਵਰ, ਇੱਕੋ ਇੱਛਾ ਨਾਲ ਆਇਆ ਕਿ ਤੁਹਾਡੇ ਨਾਮ ਨੂੰ ਉੱਚਾ ਚੱਕ ਸਕੀਏ ਖੁਦਾਵੰਦ। ਤੁਸੀਂ ਸਾਨੂੰ ਪਿਆਰ ਕੀਤਾ ਪ੍ਰਭੂ ਯੀਸ਼ੂ ਮਸੀਹ ਜੀ, ਉਸ ਪਿਆਰ ਦਾ ਇਜ਼ਹਾਰ ਕਰਨ ਆਇਆ। ਧੰਨਵਾਦ ਦੀਆਂ ਭੇਟਾਂ ਲੈ ਕੇ ਆਇਆ ਖੁਦਾਵੰਦ। हे ਪਵਿੱਤਰ ਪਰਮੇਸ਼ਵਰ, ਪਵਿੱਤਰ ਆਤਮਾ ਦੀ ਮਦਦ ਕਰੋ ਕਿ ਅਸੀਂ ਰੂਹ ਔਰ ਸੱਚਾਈ ਨਾਲ ਆਰਾਧਨਾ ਕਰੀਏ, ਤਾਂ ਕਿ ਪਵਿੱਤਰ ਪਰਮੇਸ਼ਵਰ ਦੀ ਹਜ਼ੂਰੀ 'ਚ ਕਬੂਲ ਹੋਏ ਸਾਡੀ ਅੱਜ ਦੀ ਆਰਾਧਨਾ। ਥੈਂਕ ਯੂ ਫਾਦਰ। ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ ਔਰ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ। ਸਾਰਿਆਂ ਦੇ ਲਈ ਪਵਿੱਤਰ ਆਤਮਾ ਜੀ ਆਪਣੀ ਹਜ਼ੂਰੀ 'ਚ ਸਾਨੂੰ ਲਓ, ਆਪਣੀ ਹਜ਼ੂਰੀ ਦੀ ਭਰਪੂਰੀ ਦਿਓ ਸਾਨੂੰ ਸਾਰਿਆਂ ਨੂੰ। ਥੈਂਕ ਯੂ ਫਾਦਰ। ਜੋ ਮੰਗਿਆ ਵਿਸ਼ਵਾਸ ਨਾਲ ਮੰਗਿਆ, ਵਿਸ਼ਵਾਸ ਨਾਲ ਰਿਸੀਵ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਪ੍ਰਭੂ ਯੀਸ਼ੂ ਦੇ ਨਾਮ ਨਾਲ। ਆਮੀਨ। Praise the Lord. We are here to worship the holy, holy God. So let's sing. Open the eyes of my heart, Lord. Open the eyes of my heart. I want to see you. I want to see you. To see you high and lifted up, shining in the light of your glory. Pour out your power and love as we sing holy, holy, holy. Holy, holy, holy. I want to see you. I want to see you. Open the eyes of my heart, Lord. Open the eyes of my heart. I want to see you. I want to see you. To see you high and lifted up, shining in the light of your glory. Pour out your power and love as we sing holy, holy, holy. Holy, holy, holy. I want to see you. I want to see you. ਆਮੀਨ। ਪਰਮੇਸ਼ਵਰ ਸਾਡੇ ਸਾਰਿਆਂ ਦੀ ਦੁਆ ਹੈਗੀ ਹੈ ਕਿ ਸਾਡੀਆਂ ਸਪਿਰਿਚੁਅਲ ਅੱਖਾਂ ਖੋਲ੍ਹਣ ਤਾਂ ਕਿ ਅਸੀਂ ਪਰਮੇਸ਼ਵਰ ਨੂੰ ਦੇਖ ਸਕੀਏ। ਕਿ ਵਚਨ 'ਚ ਲਿਖਿਆ ਤੁਹਾਨੂੰ ਹੈ ਜਿਨ੍ਹਾਂ ਦੇ ਮਨ ਸ਼ੁੱਧ ਹੈ ਉਹ ਪਰਮੇਸ਼ਵਰ ਦੇ ਦਰਸ਼ਨ ਕਰਨਗੇ। ਤੇ ਪਰਮੇਸ਼ਵਰ ਸਾਡੇ ਮਨ ਦੀਆਂ ਅੱਖਾਂ ਖੋਲ੍ਹਣਗੇ, ਉਹਦੇ ਨਾਲ ਹੀ ਸਾਡੇ ਮਨ ਸ਼ੁੱਧ ਹੋਣਗੇ ਪਰਮੇਸ਼ਵਰ ਦੇ। ਥੈਂਕ ਯੂ ਫਾਦਰ। ਪਰਮੇਸ਼ਵਰ ਦਾ ਧੰਨਵਾਦ ਕਰਦੇ ਜਿਸ ਪਰਮੇਸ਼ਵਰ ਨੇ ਸਾਡੇ ਪਾਪਾਂ ਨੂੰ ਮਾਫ ਕੀਤਾ। ਆਪਣੇ ਵਚਨ ਹਰ ਰੋਜ਼ ਭੇਜ ਕੇ ਸਾਡੀ ਰੂਹ ਨੂੰ ਭਰਪੂਰੀ ਕਰਦੇ ਆ। ਆਓ ਪਰਮੇਸ਼ਵਰ ਦਾ ਸ਼ੁਕਰ ਕਰਦੇ ਹਾਂ। ਸ਼ੁਕਰ ਕਰਾਂ ਮੈਂ ਸ਼ੁਕਰ ਕਰਾਂ, ਆਪਣੇ ਰੱਬ ਜੀ ਦਾ ਸ਼ੁਕਰ ਕਰਾਂ। ਸ਼ੁਕਰ ਕਰਾਂ ਮੈਂ ਸ਼ੁਕਰ ਕਰਾਂ, ਆਪਣੇ ਰੱਬ ਜੀ ਦਾ ਸ਼ੁਕਰ ਕਰਾਂ। ਰੂਹ ਵਿੱਚ ਨੱਚਾਂ, ਰੂਹ ਵਿੱਚ ਗਾਵਾਂ, ਖੁਦਾਵੰਦ ਦਾ ਸ਼ੁਕਰ ਕਰਾਂ। ਰੂਹ ਵਿੱਚ ਨੱਚਾਂ, ਰੂਹ ਵਿੱਚ ਗਾਵਾਂ, ਖੁਦਾਵੰਦ ਦਾ ਸ਼ੁਕਰ ਕਰਾਂ। ਸ਼ੁਕਰ ਕਰਾਂ ਮੈਂ ਸ਼ੁਕਰ ਕਰਾਂ, ਯਿਸੂ ਮਸੀਹ ਜੀ ਦਾ ਸ਼ੁਕਰ ਕਰਾਂ। ਸ਼ੁਕਰ ਕਰਾਂ ਮੈਂ ਸ਼ੁਕਰ ਕਰਾਂ, ਯਿਸੂ ਮਸੀਹ ਜੀ ਦਾ ਸ਼ੁਕਰ ਕਰਾਂ। ਰੂਹ ਵਿੱਚ ਨੱਚਾਂ, ਰੂਹ ਵਿੱਚ ਗਾਵਾਂ, ਖੁਦਾਵੰਦ ਦਾ ਸ਼ੁਕਰ ਕਰਾਂ। ਸ਼ੁਕਰ ਕਰਾਂ ਮੈਂ ਸ਼ੁਕਰ ਕਰਾਂ, ਪਾਕ ਰੂਹ ਜੀ ਦਾ ਸ਼ੁਕਰ ਕਰਾਂ। ਰੂਹ ਵਿੱਚ ਨੱਚਾਂ, ਰੂਹ ਵਿੱਚ ਗਾਵਾਂ, ਖੁਦਾਵੰਦ
मैनू मुक्ति दिती, रूह पाक दी ज्योति भी दिती, रूह पाक दी ज्योति भी दिती, पापा तो मैनू मुक्ति दिती, रूह पाक दी ज्योति भी दिती। क्यों ना फिर मैं शुक्र करा, अपने रब जी दा शुक्र करा, क्यों ना फिर मैं शुक्र करा, अपने रब जी दा शुक्र करा, शुक्र करा मैं शुक्र करा, रब जी तेरा मैं शुक्र करा, रूह विच नच्चा रूह विच गावां, खुदावंद दा शुक्र करा। डर दे मिस्र तो दित्ती रिहाई, डर दे मिस्र तो दित्ती रिहाई, मौत ते मेरी फतह कराई, मौत ते मेरी फतह कराई। डर दे मिस्र तो दित्ती रिहाई, मौत ते मेरी फतह कराई। क्यों ना फिर मैं शुक्र करा, अपने रब जी दा शुक्र करा, क्यों ना फिर मैं शुक्र करा, अपने रब जी दा शुक्र करा, शुक्र करा मैं शुक्र करा, रब जी तेरा मैं शुक्र करा, रूह विच नच्चा रूह विच गावां, खुदावंद दा शुक्र करा। चारों पासे बाड़ लगाई, चारों पासे बाड़ लगाई, दूतां दी एक छावनी बनाई, दूतां दी एक छावनी बनाई। क्यों ना फिर मैं शुक्र करा, अपने रब जी दा शुक्र करा, क्यों ना फिर मैं शुक्र करा, अपने रब जी दा शुक्र करा, शुक्र करा मैं शुक्र करा, रब जी तेरा मैं शुक्र करा, रूह विच नच्चा रूह विच गावां, खुदावंद दा शुक्र करा। वचना दे नाल भुख मिटाई, वचना दे नाल भुख मिटाई, जीवन जल नाल प्यास बुझाई, जीवन जल नाल प्यास बुझाई, वचना दे नाल भुख मिटाई, जीवन जल नाल प्यास बुझाई। क्यों ना फिर मैं शुक्र करा, अपने रब जी दा शुक्र करा, क्यों ना फिर मैं शुक्र करा, अपने रब जी दा शुक्र करा, शुक्र करा मैं शुक्र करा, यीशु मसीह जी दा शुक्र करा, शुक्र करा मैं शुक्र करा, यीशु मसीह जी दा शुक्र करा, रूह विच नच्चा रूह विच गावां, खुदावंद दा शुक्र करा। शुक्र करा मैं शुक्र करा, पाक रूह जी दा शुक्र करा, रूह विच नच्चा रूह विच गावां, खुदावंद दा शुक्र करा, मैं खुदावंद दा शुक्र करा, शुक्र करा मैं शुक्र करा, रब जी तेरा मैं शुक्र करा, इस जिंदगी दे लई शुक्र करा, इस बंदगी दे लई शुक्र करा, शुक्र करा मैं शुक्र करा, रब जी तेरा मैं शुक्र करा, इस जिंदगी दे लई शुक्र करा, इस बंदगी दे लई शुक्र करा, शुक्र करा मैं शुक्र करा, हर पल तेरा शुक्र करा, मैं शुक्र करा मैं शुक्र करा, हर पल तेरा मैं शुक्र करा, अपने यीशु मसीह जी दा शुक्र करा, यीशु मसीह जी दा शुक्र करा। थैंक यू फादर। प्रभु यीशु मसीह नासरी दे नाम ਨਾਲ हे पिता परमेश्वर, ਤੁਹਾਡਾ ਲੱਖਾਂ ਵਾਰੀ ਧੰਨਵਾਦ ਕਰਦੇ ਹਾਂ। हे ਪਵਿੱਤਰ 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 ਪਰਮੇਸ਼ਵਰ, ਤੁਸੀਂ ਸਾਨੂੰ ਬਚਾਇਆ, ਹਰ ਪਲ ਤੁਸੀਂ ਸਾਨੂੰ ਸੰਭਾਲਿਆ, ਤੁਹਾਡਾ ਧੰਨਵਾਦ ਕਰਦੇ, ਤੁਹਾਡੇ ਨਾਮ ਨੂੰ ਮੁਬਾਰਕ ਕਹਿੰਦੇ ਖੁਦਾਵੰਦ। हे ਮੇਰੇ ਪਿਤਾ ਪਰਮੇਸ਼ਵਰ, ਸਮੇਂ ਜੋ ਤੁਸੀਂ ਵਚਨ ਦਾ ਦਿੱਤਾ ਖੁਦਾਵੰਦ,
ਜਦੋਂ ਤੁਹਾਡਾ ਬੱਚਾ ਖੁਦਾਵੰਦ ਤੁਹਾਡੇ ਮੂੰਹ ਦੇ ਨਿਕਲੇ ਵਚਨ ਸਾਡੇ ਕੋਲ ਲੈ ਕੇ ਆ ਰਹੇ ਆ ਖੁਦਾਵੰਦ, ਉਹਨਾਂ ਵਾਸਤੇ ਅਨੋਇੰਟਿੰਗ ਮੰਗਦੇ ਆ ਖੁਦਾਵੰਦ, ਤੁਹਾਡੀ ਸਹਿਭਾਗਿਤਾ ਮੰਗਦੇ ਆ ਪਵਿੱਤਰ ਆਤਮਾ ਜੀ। ਸਾਡੇ ਸਾਰਿਆਂ ਦੇ ਕੰਨਾਂ ਨੂੰ ਖੋਲੋ, ਕਿਉਂਕਿ ਵਚਨ 'ਚ ਲਿਖਿਆ ਕਿ जिसके सुनने वाले कान हो उनसे मैं कहता हूँ प्रभु यीशु मसीह जी, ਤੁਸੀਂ ਇਹ ਕਿਹਾ ਸਾਡੇ ਸੁਣਨ ਵਾਲੇ ਕੰਨ ਦਿਓ ਔਰ ਜ਼ਮੀਨ ਦਿਲਾਂ ਦੀ ਜ਼ਮੀਨ ਨੂੰ ਤਿਆਰ ਕਰੋ ਤਾਂ ਕਿ ਵਚਨ ਜੋ ਹੈ ਅੱਛੀ ਗਰਾਊਂਡ ਤੇ ਗਿਰੇ ਔਰ 100 ਗੁਣਾ ਫਲ ਆਏ। ਔਰ ਜਿਸ ਪਰਪਸ ਦੇ ਲਈ ਵਚਨ ਸਾਡੇ ਕੋਲ ਆਇਆ, ਤੁਹਾਡੀ ਮਹਿਮਾ ਤੁਹਾਡੇ ਉਸ ਇੱਛਾ ਨੂੰ ਪੂਰਾ ਕਰਕੇ ਤੁਹਾਡੀ ਮਹਿਮਾ ਕਰਦਾ ਹੋਇਆ ਤੁਹਾਡੇ ਤੱਕ ਵਾਪਿਸ ਪਹੁੰਚੇ। ਸਾਰਿਆਂ ਦੇ ਲਈ ਅੱਜ ਦਾ ਵਚਨ ਜੀਵਨਾਂ ਦੇ ਤਬਦੀਲ ਕਰਨ ਦੇ ਲਈ ਔਰ ਬਰਕਤ ਦਾ ਬਾਇਸ ਹੋਏ ਪ੍ਰਭੂ ਯੀਸ਼ੂ ਦੇ ਨਾਮ ਨਾਲ, ਆਮੀਨ ਆਮੀਨ। ਇੱਕ ਵਾਰੀ ਸਾਰਿਆਂ ਦਾ ਫੇਰ ਐਸ ਪ੍ਰੋਗਰਾਮ ਜੀਸਸ ਇਜ਼ ਲਾਰਡ ਕ੍ਰੀਏਟਰ ਇਸ ਅਸੀਂ ਟੋਰਾਂਟੋ ਤੋਂ ਤੁਹਾਡੇ ਨਾਲ ਹੈਗੇ ਹਾਂ ਜਨਵਰੀ 9 2021। ਜਿਵੇਂ ਅੱਜ ਕੱਲ੍ਹ ਅਸੀਂ ਪਰਮੇਸ਼ਵਰ ਦੇ ਵਚਨ ਵਿੱਚ ਰੋਜ਼ ਦੇਖ ਰਹੇ ਹਾਂ ਕਿ ਪਰਮੇਸ਼ਵਰ ਦੇ ਨਾਲ ਚੱਲਣ ਵਾਸਤੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ। ਜਿਵੇਂ ਅਸੀਂ ਕੱਲ੍ਹ ਦੇਖਿਆ ਸੀ ਕਿ ਪਲ ਮੂਵਮੈਂਟ ਜਿਹਨੂੰ ਕਿ ਆਪਾਂ 30 ਸੈਕਿੰਡ ਵਿੱਚ ਡਿਫਾਈਨ ਕਰਦੇ ਹਾਂ, ਉਹ ਕਿੰਨਾ ਜ਼ਰੂਰੀ ਹੈ ਸਾਡੇ ਵਾਸਤੇ। ਉਹ ਜਿਹੜਾ ਪਲ ਹੈਗਾ ਉਹ ਸਾਡੇ ਵਾਸਤੇ ਇਹ ਤਿਆਰ ਕਰਦਾ ਹੈ ਕਿ ਸਾਡੇ ਦਿਲ ਦੇ ਅੰਦਰ ਕੀ ਹੈਗਾ, ਕਿਉਂਕਿ ਜਿਵੇਂ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਹਾਰਟ ਇਜ਼ ਦਾ ਮੋਸਟ ਡਿਸੀਟਫੁਲ ਥਿੰਗ, ਦਿਲ ਸਭ ਤੋਂ ਜ਼ਿਆਦਾ ਧੋਖਾ ਦੇਣ ਵਾਲੀ ਚੀਜ਼ ਹੈ। ਇਸ ਕਰਕੇ ਦਿਲ ਤੇ ਕਾਬੂ ਲਿਆਉਣ ਵਾਸਤੇ ਸਾਨੂੰ ਹਰ ਪਲ ਜਿਹੜਾ ਹੈਗਾ, ਆਪਾਂ ਕੱਲ ਸਿੱਖਿਆ ਸੀ ਕਿ ਸਾਨੂੰ ਕੀ ਹੈਗਾ, ਤਿਆਰ ਰਹਿਣਾ ਹੈਗਾ। ਉਹ ਜਿਹੜਾ ਪਲ ਹੈਗਾ ਉਹ ਪ੍ਰਭੂ ਯੀਸ਼ੂ ਮਸੀਹ ਤੇ ਵੀ ਆਇਆ, ਜਦੋਂ ਕਿ ਸ਼ੈਤਾਨ ਨੇ ਉਹਨਾਂ ਨੂੰ, ਜਦੋਂ 40 ਦਿਨ 40 ਰਾਤ ਉਹਨਾਂ ਨੇ ਉਪਵਾਸ ਕੀਤਾ ਸੀ ਤੇ ਸ਼ੈਤਾਨ ਉਹਨਾਂ ਨੂੰ ਭਰਮਾਉਣ ਵਾਸਤੇ ਆਇਆ। ਤੇ ਕਿਵੇਂ ਅਸੀਂ ਦੇਖਿਆ ਸੀ ਵੀ ਜਦੋਂ ਆਪਾਂ ਆਪਣੇ ਆਪ ਨੂੰ ਪਰਮੇਸ਼ਵਰ ਦੀ ਮੌਜੂਦਗੀ ਤੋਂ, ਪਰਮੇਸ਼ਵਰ ਦੀ ਸਹਿਭਾਗਿਤਾ ਤੋਂ, ਪਰਮੇਸ਼ਵਰ ਦੀ ਗੱਲਾਂ ਤੋਂ ਦੂਰ ਲੈ ਜਾਂਦੇ ਆ ਤੇ ਫਿਰ ਕੀ ਹੁੰਦਾ ਹੈ, ਅਸੀਂ ਸ਼ੈਤਾਨ ਦੇ ਹੱਥ ਪੈ ਜਾਂਦੇ ਆ। ਪਰ ਮੇਰੀ ਇਹ ਪ੍ਰਾਰਥਨਾ ਹੈ ਪਰਮੇਸ਼ਵਰ ਦੇ ਹਜ਼ੂਰ ਵਿੱਚ ਕਿ ਕੋਈ ਵੀ ਜਿਹੜਾ ਪਰਮੇਸ਼ਵਰ ਦਾ ਜਨ ਹੈਗਾ, ਭਾਵੇਂ ਜਿਸ ਮਰਜ਼ੀ ਉਮਰ ਦਾ ਹੈਗਾ, ਉਹ ਕਦੀ ਵੀ ਸ਼ੈਤਾਨ ਦੇ ਚੁੰਗਲ ਵਿੱਚ ਨਾ ਪਏ। ਪਰ ਇਹ ਪਰਮੇਸ਼ਵਰ ਦਾ ਵਾਅਦਾ ਹੈਗਾ ਕਿ ਜਿਹੜੇ ਪਰਮੇਸ਼ਵਰ ਦੇ ਖੂਨ ਖਰੀਦੇ ਨੇ ਉਹਨਾਂ ਨੂੰ ਸ਼ੈਤਾਨ ਪਰੇਸ਼ਾਨ ਤਾਂ ਕਰ ਸਕਦਾ ਪਰ ਉਹਨਾਂ ਤੇ ਹਾਵੀ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਵਚਨ ਕਹਿੰਦਾ ਹੈ the one in me is mightier than one in the world, ਕਿ ਜਿਹੜਾ ਮੇਰੇ ਅੰਦਰ ਹੈਗਾ ਉਹਦੇ ਤੋਂ ਜ਼ਿਆਦਾ ਸਮਰਥੀ ਹੈਗਾ ਜਿਹੜਾ ਕਿ ਇਹ ਸੰਸਾਰ ਵਿੱਚ ਹੈਗਾ। ਤੇ ਸਾਡੇ ਅੰਦਰ ਕੌਣ ਹੈਗੇ ਨੇ? ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਜੀਵਨ ਵਿੱਚ ਆਪਣਾ ਮੁਕਤੀਦਾਤਾ ਸਵੀਕਾਰ ਕਰਨੇ ਆ ਤੇ ਪਵਿੱਤਰ ਆਤਮਾ ਜੀ which is a part of the Trinity, ਜਿਹੜਾ ਟ੍ਰਿਨਿਟੀ ਦਾ God the Father, God the Son, God the Holy Spirit ਦਾ ਤੀਜਾ ਹਿੱਸਾ ਹੈਗੇ ਨੇ, ਉਹ ਸਾਡੇ ਅੰਦਰ ਹੁੰਦੇ ਨੇ। ਉਹ ਸਾਡੇ ਸਿੱਖਸ਼ਕ ਵੀ ਨੇ, ਸਾਡੇ ਕਾਉਂਸਲਰ ਵੀ ਨੇ, ਸਾਡੇ ਕੰਫਰਟਰ ਵੀ ਨੇ। ਉਹ ਸਾਨੂੰ ਪ੍ਰਾਰਥਨਾ ਕਰਨਾ ਸਿਖਾਉਂਦੇ ਨੇ, ਜੀਵਨ ਜੀਣ ਦਾ ਰਸਤਾ ਸਿਖਾਉਂਦੇ ਨੇ ਤੇ ਸਾਨੂੰ ਜੋ ਵੀ ਆਪਣਾ ਅਸੀਂ ਜਿਸ ਵੀ ਚੀਜ਼ ਤੋਂ ਭਰਮਾਏ ਜਾਂਦੇ ਆ ਉਸ ਚੀਜ਼ ਤੋਂ ਸਾਨੂੰ ਬਚਾ ਕੇ ਰੱਖਦੇ ਨੇ। ਅੱਜ ਦਾ ਜਿਹੜਾ ਪ੍ਰਚਾਰ ਦਾ ਵਰਡ ਹੈਗਾ ਉਹ ਹੈਗਾ ਟੈਂਪਟੇਸ਼ਨ, ਕਿ ਲੁਭਾਇਆ ਜਾਣਾ, ਭਰਮਾਇਆ ਜਾਣਾ। ਤੇ ਇਹ ਜਿਹੜੀ ਟੈਂਪਟੇਸ਼ਨ ਹੈਗੀ ਹੈ, ਜਿਹੜਾ ਸਾਨੂੰ ਇਹਦੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ, ਬਟ ਜਸਟ ਟੂ ਐਕਸਪਲੇਨ ਟੂ ਯੂ ਕਿ ਸਾਡੇ ਜੀਵਨ 'ਚ ਇਹ ਨਹੀਂ ਹੈਗਾ ਕਿ ਜਿਹੜੀ ਆਪਣਾ ਇੱਕ ਵਾਰੀ ਅਸੀਂ ਭਰਮਾਇਆ ਜਾਈਏ, ਜਿੱਤ ਪਾ ਲਈਏ, ਫਿਰ ਅਸੀਂ ਹਮੇਸ਼ਾ ਤੋਂ ਜਿੱਤ ਪਾ ਲਈ। ਨੋ, ਇਟ ਇਜ਼ ਦਾ ਓਨਗੋਇੰਗ ਪ੍ਰੋਸੈਸ। ਇਹ ਰੋਜ਼ਮर्रा ਦਾ ਹੁੰਦਾ ਸਾਡਾ ਕੰਮ। ਰੋਜ਼ ਅਸੀਂ ਇੱਕ ਨਵੀਂ ਜਿੱਤ ਪਾਉਂਦੇ ਹਾਂ ਪਰਮੇਸ਼ਵਰ ਦੇ ਆਪਣਾ ਤਾਕਤ ਦੇ ਨਾਲ। ਹਰ ਰੋਜ਼ ਅਸੀਂ ਲੁਭਾਏ ਜਾਂਦੇ ਹਾਂ। ਜਿਵੇਂ ਆਪਾਂ ਜੇ ਪਰਮੇਸ਼ਵਰ ਦਾ ਵਚਨ ਮਤੀ 4 ਦੇਖੀਏ, ਤੁਸੀਂ ਖੋਲ ਸਕਦੇ ਹੋ ਮੈਥਿਊ 4 ਮੇਰੇ ਨਾਲ। ਉਹਦੇ 'ਚ ਅਸੀਂ ਦੇਖਦੇ ਹਾਂ ਕਿ ਜਿਹੜਾ ਸ਼ੈਤਾਨ ਹੈਗਾ ਉਹ ਅੱਗੇ ਪ੍ਰਭੂ ਯੀਸ਼ੂ ਮਸੀਹ ਨੂੰ 3 ਵਾਰੀ ਭਰਮਾਉਂਦਾ। ਜਿਹੜਾ ਆਪਾਂ ਡਿਟੇਲ ਵਿੱਚ ਨਹੀਂ ਪੜਾਂਗੇ, ਸਾਰੇ ਆਪਾਂ ਜਾਣਦੇ ਆ। ਆਪ ਮੈਂ ਤੁਹਾਨੂੰ ਇਨ ਬਰੀਫ ਦੱਸ ਦਿੰਦਾ ਕਿ ਜਿਹੜਾ ਸਭ ਤੋਂ ਪਹਿਲੀ ਆਪਣਾ ਸੀਗੀ ਉਹਨਾਂ ਦੀ ਆਪਣਾ ਟੈਂਪਟੇਸ਼ਨ, ਲੁਭਾਇਆ ਜਾਣਾ, ਉਹ ਸੀਗਾ ਫਿਜ਼ੀਕਲ, ਸਰੀਰਿਕ। ਫਿਜ਼ੀਕਲ ਕਿਵੇਂ ਸੀਗਾ ਕਿ ਸ਼ੈਤਾਨ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਕਿਹਾ ਕਿ ਤੂੰ
ਜੇ ਚਾਹੇ ਤੇ ਤੇਰੇ ਕੋਲ ਤਾਕਤ ਹੈਗੀ ਹੈ, ਤੇਰੇ ਪਿਤਾ ਜੀ ਨੇ ਤੈਨੂੰ ਤਾਕਤ ਦਿੱਤੀ ਹੈ, ਪਰਮੇਸ਼ਵਰ ਨੇ ਤਾਕਤ ਦਿੱਤੀ ਹੈ ਕਿ ਤੂੰ ਇਹ ਜਿਹੜੇ ਪੱਥਰ ਹੈਗੇ ਨੇ ਇਹਨਾਂ ਨੂੰ ਰੋਟੀ ਬਣਾ ਸਕਦਾ ਹੈ, ਤੇ ਰੋਟੀ ਬਣਾ ਕੇ ਤੂੰ ਆਪਣੀ ਜਿਹੜੀ ਸਰੀਰ ਦੀ ਭੁੱਖ ਹੈਗੀ ਹੈ ਉਹਨੂੰ ਤ੍ਰਿਪਤ ਕਰ ਸਕਦਾ ਹੈ, ਉਹਨੂੰ ਸੰਤੁਸ਼ਟ ਕਰ ਸਕਦਾ ਹੈ, ਉਹਨੂੰ ਫੁੱਲਫਿਲ ਕਰ ਸਕਦਾ ਹੈ। ਤੇ ਯीशु मसीह जी ने की क्या, कैन यू रीड? लिखा है, मनुष्य केवल रोटी ही से नहीं परंतु हर एक वचन से जो परमेश्वर के मुख से निकलता है जीवित रहता है। ਤੇ ਪ੍ਰਭੂ ਯीशु ਮਸੀਹ ਨੇ ਜਦੋਂ ਉਹਨਾਂ ਨੂੰ ਇਸ ਗੱਲ ਤੇ ਫਰਮਾਇਆ ਗਿਆ, ਇਹ ਉਕਸਾਇਆ ਗਿਆ, ਸ਼ੈਤਾਨ ਕਿਹਾ ਜਿਵੇਂ ਉਹਨੇ ਹਵਾ ਨੂੰ ਉਕਸਾਇਆ ਸੀ ਉਵੇਂ ਉਹਨਾਂ ਨੂੰ ਵੀ ਉਕਸਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਇਹਨਾਂ ਨੂੰ ਰੋਟੀਆਂ ਬਣਾ ਲਓ। ਤੇ ਉਹਨਾਂ ਨੇ ਕੀ ਕਿਹਾ, ਇਨਸਾਨ ਜਿਹੜਾ ਹੈਗਾ ਉਹ ਰੋਟੀ ਨਾਲ ਜਿੰਦਾ ਨਹੀਂ ਰਹਿੰਦਾ, ਕਿਉਂਕਿ ਰੋਟੀ ਦਾ ਜਿਹਨੇ ਜਨਮ ਦਿੱਤਾ ਹੈਗਾ ਪਿਤਾ ਪਰਮੇਸ਼ਵਰ ਜੀ ਨੇ, ਉਹਨਾਂ ਨੇ ਸਾਡੇ ਵਾਸਤੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੈ। 6 ਲੱਖ ਲੋਕ ਸੀਗੇ ਆਪਣਾ ਵਿਲਡਰਨੈਸ ਵਿੱਚ ਜਦੋਂ ਮਿਸਰ ਤੋਂ ਨਿਕਲੇ ਸੀ ਇਜ਼ਰਾਈਲੀ। ਕਿਆ ਉਹ ਕਦੀ ਭੁੱਖੇ ਰਹੇ? ਨਹੀਂ। ਪਰਮੇਸ਼ਵਰ ਉਹਨਾਂ ਨੂੰ ਮੰਨਾ 40 ਸਾਲ ਖਿਲਾਉਂਦਾ ਰਿਹਾ। ਇਸ ਕਰਕੇ ਤੇ ਬਿਨਾਂ ਉਹਨਾਂ ਦੇ ਕੋਈ ਮਿਹਨਤ ਕੀਤਿਆਂ ਕੁਛ ਨਹੀਂ ਕਰਦੇ ਸੀ ਉਹ, ਸਿਰਫ ਪਰਮੇਸ਼ਵਰ ਜਿਵੇਂ ਆਪਾਂ ਨੂੰ ਹੋਮ ਡਿਲੀਵਰੀ ਹੁੰਦੀ ਹੈ ਟਿਫਨ ਦੀ ਜਾਂ ਹੋਮ ਡਿਲੀਵਰੀ ਹੁੰਦੀ ਹੈ ਪੀਜ਼ਾ ਦੀ, ਉਹਨਾਂ ਦੇ ਜਿਹੜਾ ਤੰਬੂ ਸੀਗੇ ਉਹਦੇ ਆਸ-ਪਾਸ ਉਹਨਾਂ ਨੂੰ ਰੋਜ਼ ਦਾ ਰੋਜ਼ ਮੰਨਾ ਆ ਜਾਂਦਾ ਸੀ। ਤੇ ਜੇ ਪਰਮੇਸ਼ਵਰ 6 ਲੱਖ ਲੋਕਾਂ ਨੂੰ 40 ਸਾਲ ਖਿਲਾਉਂਦਾ ਰਿਹਾ ਤੇ ਕਿਆ ਤੁਹਾਡੇ ਦਾ ਮੇਰਾ ਧਿਆਨ ਨਹੀਂ ਕਰੇਗਾ? ਇਸ ਕਰਕੇ ਕਦੀ ਵੀ ਸਾਨੂੰ ਆਪਣੀ ਜਦੋਂ ਫਿਜ਼ੀਕਲ ਟੈਂਪਟੇਸ਼ਨ ਆਉਂਦੀ ਹੈ, ਆਪਾਂ ਨੂੰ ਪ੍ਰਭੂ ਯीशु ਮਸੀਹ ਦਾ ਜਿਹੜਾ ਉਦਾਹਰਣ ਹੈਗਾ ਉਹ ਯਾਦ ਰੱਖਣਾ ਚਾਹੀਦਾ ਕਿ ਇਨਸਾਨ ਰੋਟੀ ਨਾਲ ਜ਼ਿੰਦਾ ਨਹੀਂ ਰਹਿੰਦਾ, ਪਰ ਪਰਮੇਸ਼ਵਰ ਦੇ ਨਿਕਲੇ ਹੋਏ ਹਰ ਅਲਫਾਜ਼ ਨਾਲ ਜ਼ਿੰਦਾ ਰਹਿੰਦਾ ਹੈ। ਦੂਸਰੀ ਕੀ ਸੀਗੀ? ਦੂਸਰੀ ਸੀ ਦੁਨਿਆਵੀ ਸ਼ਾਨੋ ਸ਼ੌਕਤ, ਜਿੰਨੇ ਚ ਉਹਨੇ ਆਪਾਂ ਕੱਲ ਦੇਖਿਆ ਸੀ ਕਿ ਸ਼ੈਤਾਨ ਨੇ ਪ੍ਰਭੂ ਯीशु ਮਸੀਹ ਨੂੰ ਭਰਮਾਇਆ ਕਿਵੇਂ ਕਿ ਉਹਨੇ ਉਹਨਾਂ ਨੂੰ ਇਨ ਵਨ ਮੂਵਮੈਂਟ 90 ਸੈਕਿੰਡ ਦੇ ਦੌਰਾਨ ਵਿੱਚ, ਕਿਉਂਕਿ ਸ਼ੈਤਾਨ ਜਿਹੜਾ ਹੈਗਾ ਉਹ ਇੰਨਾ ਕ੍ਰੂਕਡ ਹੈਗਾ, ਦੁਸ਼ਟ ਹੈਗਾ, ਉਹ ਇੱਕਦਮ ਚੀਜ਼ ਲੈ ਕੇ ਆਉਂਦਾ ਹੈ ਤੇ ਉਹਦਾ ਫੈਸਲਾ ਵੀ ਇੱਕਦਮ ਹੀ ਕਈ ਵਾਰੀ ਕਰਨਾ ਪੈਂਦਾ ਤੁਹਾਨੂੰ। ਤੇ ਜੇ ਆਪਾਂ ਚੂਕ ਜਾਂਦੇ ਆ ਫਿਰ ਅਸੀਂ ਪਰਮੇਸ਼ਵਰ ਦੀ ਨਜ਼ਰ ਤੋਂ ਗਿਰ ਜਾਂਦੇ ਆ ਤੇ ਅਸੀਂ ਉਹਦੇ ਹੱਥ 'ਚ ਪੈ ਜਾਂਦੇ ਆ। ਤੇ ਦੂਸਰਾ ਸੀਗਾ ਕਿ ਉਹਨੇ ਕਿਹਾ ਵੀ ਜਿੰਨੀਆਂ ਸੰਸਾਰ ਦੀ ਆਪਣਾ ਬਾਦਸ਼ਾਹਤਾਂ ਹੈਗੀਆਂ ਨੇ, ਜਿੰਨੀਆਂ ਸੋਹਣੀਆਂ ਚੀਜ਼ਾਂ ਹੈਗੀਆਂ ਨੇ, ਜਿੰਨੀਆਂ ਕੀਮਤੀ ਚੀਜ਼ਾਂ ਹੈਗੀਆਂ ਨੇ, ਕਿਉਂ ਉਹ ਸੰਸਾਰ ਦਾ ਆਪਣਾ ਕਹਿੰਦੇ ਨੇ ਪ੍ਰਿੰਸ ਆਫ ਦੀ ਵਰਲਡ ਹੈਗਾ। ਤੇ ਪਰਮੇਸ਼ਵਰ ਨੂੰ ਕਹਿੰਦਾ ਪ੍ਰਭੂ ਯीशु ਮਸੀਹ ਨੂੰ ਕਿ ਜੇ ਤੂੰ ਮੈਨੂੰ ਸਜਦਾ ਕਰੇ ਤੇ ਮੈਂ ਸਾਰੀ ਚੀਜ਼ਾਂ ਤੈਨੂੰ ਦੇ ਦਾਂਗਾ। ਤੇ ਪ੍ਰਭੂ ਯीशु ਮਸੀਹ ਨੇ ਕੀ ਜਵਾਬ ਦਿੱਤਾ? यह भी लिखा है, तू प्रभु अपने परमेश्वर की परीक्षा ना कर। ਉਹ ਕਹਿੰਦਾ ਉਹਨਾਂ ਨੇ ਨਹੀਂ, ਤੁਸੀਂ ਤੀਜਾ ਪੜਿਆ ਦੂਜੇ ਟਾਈਮ ਤੇ ਇਹੀ ਹੋਗਾ, ਦੂਸਰਾ ਹੀ ਹੈ, ਦੁਬਾਰਾ ਪੜੋ। यह भी लिखा है, तू प्रभु अपने परमेश्वर की परीक्षा ना कर। ਉਹਨਾਂ ਨੇ ਕਿਹਾ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਦੀ ਪ੍ਰੀਖਿਆ ਮਤ ਕਰ। ਕਿਉਂ ਮਤ ਕਰ? ਕਿ ਜੋ ਚੀਜ਼ ਤੁਹਾਡੇ ਵਾਸਤੇ ਤੇ ਮੇਰੇ ਵਾਸਤੇ ਪਰਮੇਸ਼ਵਰ ਨੇ ਲਿਖੀ ਹੈਗੀ ਹੈ ਉਹਨੂੰ ਕੋਈ ਦੁਨੀਆ ਦੀ ਤਾਕਤ ਸਾਡੇ ਤੋਂ ਰੋਕ ਨਹੀਂ ਸਕਦੀ। ਜੇ ਪਰਮੇਸ਼ਵਰ ਨੇ ਮੇਰੇ ਜੀਵਨ ਵਿੱਚ ਮਕਾਨ ਦੀ ਸੁਵਿਧਾ ਲਿਖੀ ਹੈ ਤੇ तो प्रभु अपने परमेश्वर को प्रणाम कर और केवल उसी की उपासना कर। Yes. नंबर 3 एग्जैक्ट नंबर दूजे ते है दूसरा होगा जेड़ा या कोई नीचे गिरा दी या ते दूसरा टेलीग्राम ਦਾ ਹੈਗਾ। ਓਕੇ ਦੈਨ ਆਈ ਐਮ ਓਕੇ। ਤੇ ਉਸ ਤੋਂ ਬਾਅਦ ਕੀ ਸੀਗਾ? ਪਰਮੇਸ਼ਵਰ ਨੂੰ ਪ੍ਰਭੂ ਯीशु ਮਸੀਹ ਨੂੰ ਕੀ ਸ਼ੈਤਾਨ ਕਹਿੰਦਾ ਹੈ ਕਿ ਤੂੰ ਦੁਨੀਆ ਵਿੱਚ ਆਪਣੀ ਵਾਹਵਾ ਕਰਵਾ। ਆਪਣੀ ਵਾਹਵਾ ਕਿਵੇਂ ਕਰਾ? ਲੋਕਾਂ ਨੂੰ ਪਤਾ ਲੱਗੇ ਕਿ ਤੂੰ ਪਰਮੇਸ਼ਵਰ ਦਾ ਬੇਟਾ ਹੈਗਾ। ਤੂੰ ਜਿਹੜੀ ਪਹਾੜ ਦੀ ਚੋਟੀ ਹੈਗੀ ਉਹਦੇ ਤੋਂ ਆਪਣੇ ਆਪ ਨੂੰ ਥੱਲੇ ਗਿਰਾ ਦੇ। ਕੀ ਹੋਏਗਾ ਕਿ ਜਿਹੜੇ ਸਵਰਗਦੂਤ ਹੋਣਗੇ, ਪਰਮੇਸ਼ਵਰ ਕਦੀ ਵੀ ਨਹੀਂ ਚਾਹੇਗਾ ਕਿ ਉਹਨਾਂ ਦੇ ਬੱਚਿਆਂ ਨੂੰ ਠੋਕਰ ਲੱਗੇ। ਤੋ ਕਹਿੰਦਾ ਸਵਰਗਦੂਤ ਆ ਕੇ ਤੈਨੂੰ ਸੰਭਾਲ ਲੈਣਗੇ ਤਾਂ ਕਿ ਤੇਰੇ ਪੈਰਾਂ ਨੂੰ ਪੱਥਰਾਂ ਨਾਲ ਚੋਟ ਨਾ ਲੱਗੇ।
ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀ? ਪੜ੍ਹ ਦਿਓ। तू प्रभु अपने परमेश्वर की परीक्षा न कर। ਯਾ ਕੀ ਹੈਗਾ ਕਿ ਆਪਾਂ ਨੂੰ ਪਰਮੇਸ਼ਵਰ ਦੀ ਨੂੰ ਟੈਸਟ ਵਿੱਚ ਨਹੀਂ ਪਾਣਾ, ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ। ਜਿਵੇਂ ਸ਼ਦਰਕ ਮੇਸ਼ਕ ਤੇ ਅਬੇਦਨਗੋ ਨੂੰ ਵਿਸ਼ਵਾਸ ਸੀਗਾ ਕਿ ਜੋ ਅੱਗ ਦੀ ਭੱਟੀ 'ਚ ਪਾਏ ਜਾ ਰਹੇ ਨੇ, ਉਹਨਾਂ ਨੇ ਕੀ ਕਿਹਾ ਸੀ ਰਾਜਾ ਨੂੰ ਕਿ ਜੇ ਸਾਨੂੰ ਸਾਡਾ ਪਰਮੇਸ਼ਵਰ ਬਚਾਉਣ ਆਵੇ ਤਾਂ ਵੀ ਠੀਕ ਹੈ, ਜੇ ਨਾ ਬਚਾਉਣ ਆਵੇ ਤਾਂ ਵੀ ਅਸੀਂ ਉਸੇ ਦੀ ਆਰਾਧਨਾ ਕਰਾਂਗੇ। ਕਿਉਂ? ਕਿ ਸਾਡਾ ਜੀਵਨ ਤੇ ਸਾਡੀ ਮ੍ਰਿਤਿਉ ਤੇ ਸਾਡਾ ਅਨੰਤ ਜੀਵਨ ਇਹ ਕਿਸੇ ਸ਼ੈਤਾਨ ਦੇ ਹੱਥ 'ਚ ਨਹੀਂ ਹੈਗਾ, ਇਹ ਪਿਤਾ ਪਰਮੇਸ਼ਵਰ ਦੇ ਇਖਤਿਆਰ 'ਚ ਹੈਗਾ। ਉਹਨਾਂ ਦੀ ਜਿਸ ਤੱਕ ਮਰਜ਼ੀ ਨਾ ਹੋਏ, ਕਈ ਵਾਰੀ ਉਹ ਆਪਣੇ ਬੱਚਿਆਂ ਨੂੰ ਅੱਗੇ ਵਧਾਉਣ ਵਾਸਤੇ we all go through valleys and mountain, ਅਸੀਂ ਸਾਰੇ ਲੋਕ ਜ਼ਿੰਦਗੀ ਦੇ ਉਤਾਰ ਚੜਾਵ ਤੋਂ ਨਿਕਲਦੇ ਹਾਂ, ਪਰ ਜੇ ਪਰਮੇਸ਼ਵਰ ਸਾਡੇ ਨਾਲ ਪਹਾੜ ਤੇ ਹੈਗਾ, ਸਾਡੀ ਅੱਛੀ ਜਗ੍ਹਾ ਤੇ ਹੈਗਾ, ਉਚਾਈਆਂ ਤੇ ਹੈਗਾ, ਤੇ ਉਹ ਪਰਮੇਸ਼ਵਰ ਸਾਨੂੰ ਛੱਡਦਾ ਨਹੀਂ ਜਦੋਂ ਕਿ ਅਸੀਂ ਪਰੇਸ਼ਾਨੀ 'ਚ ਹੁੰਦੇ ਹਾਂ ਜਾਂ ਵੈਲੀ 'ਚ ਹੁੰਦੇ ਹਾਂ ਜਾਂ ਅਸੀਂ ਤਰਾਈ ਦੇ ਵਿੱਚ ਹੁੰਦੇ ਹਾਂ। ਤੇ ਕੀ ਹੈਗਾ ਕਿ ਇਸ ਕਰਕੇ ਸਾਨੂੰ ਆਪਣੇ ਆਪ ਨੂੰ ਹਮੇਸ਼ਾ ਸਤਰਕ ਰੱਖਣਾ ਹੈ ਕਿ ਅਸੀਂ ਹਰ ਪਲ ਕੀ ਹੈਗੀ ਹੈ ਤਿਆਰ ਰਹੀਏ। ਹਰ ਪਲ ਜਦੋਂ ਸ਼ੈਤਾਨ ਸਾਨੂੰ ਟੈਂਪਟ ਕਰਦਾ ਹੈ, ਸਾਨੂੰ ਲੁਭਾਣ ਆਉਂਦਾ ਹੈਗਾ, ਸਾਡਾ ਜ਼ਰੂਰ ਹੈਗਾ ਕਿ ਅਸੀਂ ਉਹਦੀ ਜਿਹੜੀ ਟੈਂਪਟੇਸ਼ਨ ਨੂੰ ਆਪਣੇ ਦਿਮਾਗ ਨਾਲ ਨਹੀਂ ਪਰ ਪਰਮੇਸ਼ਵਰ ਦੇ ਵਚਨ ਦੇ ਨਾਲ ਉਹਨਾਂ ਦਾ ਅਸੀਂ ਸਾਹਮਣਾ ਕਰ ਸਕਦੇ ਹੈਗੇ। ਸਾਡੇ ਜ਼ੋਰ ਨਹੀਂ ਹੈਗਾ, ਪਰ ਜਦੋਂ ਪਰਮੇਸ਼ਵਰ ਦਾ ਵਚਨ ਅਸੀਂ ਇਸਤੇਮਾਲ ਕਰਦੇ ਹਾਂ, ਫਿਰ ਜਿਹੜੀ ਕੋਈ ਵੀ ਚੀਜ਼ ਹੈਗੀ ਹੈ ਉਹ ਸਾਨੂੰ ਛੂ ਨਹੀਂ ਸਕਦੀ, ਸਾਨੂੰ ਪਰੇਸ਼ਾਨ ਨਹੀਂ ਕਰ ਸਕਦੀ। ਇਸ ਕਰਕੇ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਹਮੇਸ਼ਾ ਪਰਮੇਸ਼ਵਰ ਦੇ ਨਾਲ ਜੁੜੇ ਰਹੀਏ। ਹੁਣ ਜਿਹੜੀ ਟੈਂਪਟੇਸ਼ਨ ਹੁੰਦੀ ਹੈ, ਲੁਭਾਇਆ ਜਾਣਾ ਹੁੰਦਾ ਹੈ, ਇਟ ਇਜ਼ ਆਲਵੇਜ਼ ਯੂਜ਼ਡ ਇਨ ਨੈਗੇਟਿਵ ਟਰਮ, ਹਮੇਸ਼ਾ ਉਹਨੂੰ ਬੁਰਾਈ ਨਾਲ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ। ਜਿਹੜੇ ਲੋਕ ਵੀ ਇਸ ਤਰ੍ਹਾਂ ਦੇ ਕੰਮ ਕਰਦੇ ਨੇ, ਜਿਹੜਾ ਰੱਬ ਨੇ ਮਨਾ ਕੀਤਾ ਹੈ, ਉਹ ਟੈਂਪਟ ਕਿਹੜੇ ਜਗ੍ਹਾ ਹੁੰਦੇ ਨੇ? ਜਦੋਂ ਉਹ ਇਕੱਲੇ ਹੁੰਦੇ ਨੇ, ਕਹਿੰਦੇ ਨੇ ਕੋਈ ਮੈਨੂੰ ਵੇਖ ਨਹੀਂ ਰਿਹਾ। ਮੰਨ ਲਓ ਤੁਸੀਂ ਘਰ ਇਕੱਲੇ ਬੈਠੇ ਹੈਗੇ ਹੋ, ਤੁਹਾਨੂੰ ਟੈਂਪਟੇਸ਼ਨ ਹੁੰਦੀ ਹੈ ਕੋਈ ਐਸਾ ਕੰਮ ਕਰਨ ਦੀ ਜਿਹੜਾ ਤੁਸੀਂ ਨਹੀਂ ਚਾਹੁੰਦੇ ਤੁਹਾਡਾ ਪਰਿਵਾਰ ਦੇਖੇ, ਤੇ ਉਸ ਦਿਨ ਤੁਹਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਪਰਿਵਾਰ ਤਾਂ ਮੇਰਾ ਫਿਜ਼ੀਕਲੀ ਇਸ ਟਾਈਮ ਮੇਰੇ ਨਾਲ ਘਰ 'ਚ ਨਹੀਂ ਹੈਗਾ, ਪਰ ਪਿਤਾ ਪਰਮੇਸ਼ਵਰ ਤਾਂ ਮੈਨੂੰ ਦੇਖ ਰਹੇ ਨੇ, ਉਹਨਾਂ ਦੀ ਨਿਗਾਹ ਤਾਂ ਮੇਰੇ ਉੱਪਰ ਹੈਗੀ ਹੈ। ਇਸ ਕਰਕੇ ਜਦੋਂ ਵੀ when you are alone, when you are lonely, when you are angry, when you are anxious, when you are in fear, ਉਹ ਸਮੇਂ ਹੁੰਦਾ ਹੈ ਜਦੋਂ ਕਿ ਅਸੀਂ ਪਰਮਾਏ ਜਾਂਦੇ ਹਾਂ। ਇਸ ਕਰਕੇ ਤਾਈਓ ਪਰਮੇਸ਼ਵਰ ਦਾ ਵਚਨ ਕਹਿੰਦਾ ਹੈਗਾ ਕਿ ਜਾਗਤੇ ਰਹੋ ਤਾਂ ਕਿ ਤੁਮ ਪਰੀक्षा में ਨਾ ਪੜੋ। ਜਿਵੇਂ ਆਪਣਾ ਮਤੀ 6:13 ਵਿੱਚ ਮਤੀ ਦੇ 4 ਵਿੱਚ ਤਾਂ ਸ਼ੈਤਾਨ ਨੇ ਪ੍ਰਭੂ ਯਿਸੂ ਮਸੀਹ ਨੂੰ ਭਰਮਾਇਆ, ਤੇ 6 ਵਿੱਚ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦੱਸਿਆ ਵੀ ਕਿਵੇਂ ਜਦੋਂ ਤੁਸੀਂ ਭਰਮਾਏ ਜਾਂਦੇ ਹੋ ਤੇ ਤੁਹਾਨੂੰ ਕੀ ਕਰਨਾ ਚਾਹੀਦਾ। ਪੜ੍ਹ ਦਿਓ ਪਲੀਜ਼। और हमें परीक्षा में ना ला, परंतु बुराई से बचा, क्योंकि राज्य और पराक्रम और महिमा सब तेरे ही हैं। आमीन। आमीन। ਅਤੇ ਚੇਲਿਆਂ ਨੂੰ ਕੀ ਕਿਹਾ? ਕਿੰਨੀ ਮਦਦ ਮੰਗਣੀ ਆ ਵੀ ਅਸੀਂ, ਉਹਨਾਂ ਨੇ ਕਿੰਨੀ ਮਦਦ ਮੰਗਦੇ ਪਏ ਨੇ। ਹਮੇ ਪ੍ਰੀਖਿਆ ਮਤ ਡਾਲ। ਕੌਣ ਡਾਲ ਸਕਦਾ ਹੈ? ਪਰਮੇਸ਼ਵਰ ਆਪਣਾ ਸਾਡੀ ਮਦਦ ਕਰਦਾ ਹੈ ਪ੍ਰੀਖਿਆ ਵਿੱਚ ਜਿੱਤਣ ਤੋਂ। ਪ੍ਰੀਖਿਆ में मत डाल परंतु बुराई से बचा। बुराई से बचा। परमेश्वर ਦਾ ਵਚਨ ਹੀ ਸਾਨੂੰ ਬੁਰਾਈ ਤੋਂ ਬਚਾ ਸਕਦਾ ਹੈ। ਕਿਉਂ? ਕਿ ਪਰਮੇਸ਼ਵਰ ਦੇ ਬੱਚਿਆਂ ਨੂੰ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੇ ਹਮੇਸ਼ਾ ਘੇਰਿਆ ਹੁੰਦਾ ਹੈ। ਉਹ ਹਮੇਸ਼ਾ ਪਰਮੇਸ਼ਵਰ ਕੀ ਕਹਿੰਦਾ ਹੈ? ਆਪਣੇ ਬੱਚਿਆਂ ਦਾ ਧਿਆਨ ਰੱਖਦਾ ਹੈ। ਤੇ ਹੁਣ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਜਿਵੇਂ ਮੈਂ ਗੱਲ ਕੀਤੀ ਕਿ ਅਸੀਂ ਸਾਰੇ ਪਰਮਾਏ ਜਾਂਦੇ ਹਾਂ, ਹਰ ਰੋਜ਼ ਪਰਮਾਏ ਜਾਂਦੇ ਹਾਂ, ਤੇ ਕੀ ਅਸੀਂ ਆਪਾਂ ਨੂੰ ਕੀ ਪ੍ਰੀਕਾਸ਼ਨ ਲੈਣਾ ਚਾਹੀਦਾ ਹੈ, ਕੀ ਕਰਨਾ ਚਾਹੀਦਾ ਕਿ ਅਸੀਂ ਪਰਮਾਏ ਨਾ ਜਾਈਏ। ਇਹਦੇ 'ਚ ਆਪਾਂ ਦੇਖਾਂਗੇ ਮੈਥਿਊ 26:41 ਕੀ ਕਹਿੰਦਾ ਪਰਮੇਸ਼ਵਰ ਦਾ ਵਚਨ।
जागते रहो और प्रार्थना करते रहो कि तुम परीक्षा में ना पड़ो। आत्मा तो तैयार है परंतु शरीर दुर्बल है। परमेश्वर का वचन की कहना है जागते रहो। जागते रहो मीन्स ऑलवेज बी ऑन द अलर्ट, ऑलवेज बी केयरफुल, ऑलवेज यू नो दैट इफ यू आर अ चाइल्ड ऑफ गॉड Satan will bring temptation for you। ऐस करके जागते रहो। और क्या है? प्रार्थना में लगे रहो। प्रार्थना में लगे रहो तो मतलब है हैव फेलोशिप विद द ऑलमाइटी गॉड, हैव फेलोशिप विद द लॉर्ड होली स्पिरिट। क्योंकि जिਵੇਂ मैं हुने तो दਸਿया कि पवित्र आत्मा कौन ने? वो साडे सहायक ने, वो साडे कंफर्टर ने, वो साडे गाइड ने। ਐਸ ਕਰ ਜੇ ਅਸੀਂ ਜਾਗਦੇ ਰਵਾਂਗੇ, ਪ੍ਰਾਰਥਨਾ ਲੱਗੇ ਰਵਾਂਗੇ, ਪਰਮੇਸ਼ਰ ਦੀ ਫੈਲੋਸ਼ਿਪ 'ਚ ਰਵਾਂਗੇ, ਅਸੀਂ ਪਰਮੇਸ਼ਰ ਦਾ ਵਚਨ ਬਾਰ-ਬਾਰ ਜਦੋਂ ਪੜ੍ਹਨੇ ਗਿਆ, ਉਹ ਪਰਮੇਸ਼ਰ ਦਾ ਵਚਨ ਸਾਡੇ ਦਿਲੋਂ ਦਿਮਾਗ ਤੇ ਲਿਖਿਆ ਜਾਂਦਾ ਹੈ। ਤੇ ਜਦੋਂ ਵੀ ਕੋਈ ਸਿਚੁਏਸ਼ਨ ਆਉਂਦੀ ਹੈ, ਜੋ ਸਾਡੇ ਅੰਦਰ ਹੈਗਾ ਉਹ ਸਾਡੇ ਬਾਹਰ ਆਉਂਦਾ ਹੈ। ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ ਕਿ ਆਊਟ ਆਫ ਦੀ ਅਬੰਡੈਂਸ ਆਫ ਹਾर्ट माउथ स्पीक्स। मन की भरपूरी से ही इंसान बोलता है। ਤੇ ਜੇ ਤੁਹਾਡੇ ਅੰਦਰ ਬੁਰੇ ਵਿਚਾਰ ਨੇ ਤੇ ਜਦੋਂ ਕਿਸੇ ਨਾਲ ਗੱਲ ਕਰੋਗੇ ਉਹੀ ਵਿਚਾਰ ਨਿਕਲਣਗੇ। ਜੇ ਤੁਹਾਡੇ ਅੰਦਰ ਪਰਮੇਸ਼ਵਰ ਦਾ ਵਚਨ ਹੈਗਾ ਤੇ ਕੀ ਨਿਕਲੇਗਾ? ਪਰਮੇਸ਼ਵਰ ਦਾ ਵਚਨ ਹੀ ਨਹੀਂ ਨਿਕਲੇਗਾ। ਐਸ ਕਰਕੇ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦਾ ਵਚਨ ਬਾਰ-ਬਾਰ ਪਰਮੇਸ਼ਵਰ ਦਾ ਵਚਨ ਪੜ੍ਹ ਕੇ ਉਹਦੇ ਤੇ ਮੈਡੀਟੇਟ ਕਰਕੇ ਉਹਦੇ ਬਾਰੇ ਸੋਚ ਕੇ ਆਪਣੇ ਆਪ ਨੂੰ ਕੀ ਹੈ ਅਸੀਂ ਫਿਜ਼ੀਕਲੀ ਤਾਂ ਪਰਮੇਸ਼ਵਰ ਮਦਦ ਕਰਦਾ ਹੀ ਕਰਦਾ ਹੈ। ਅਸੀਂ ਆਪਣੇ ਆਪ ਨੂੰ ਸਪਿਰਿਚੁਅਲੀ ਰੂਹਾਨੀ ਤੌਰ ਤੇ ਮਜ਼ਬੂਤ ਬਣਾਉਣਾ ਹੈਗਾ ਤਾਂ ਕਿ ਅਸੀਂ ਪਰਮੇਸ਼ਵਰ ਦੇ ਨਾਲ ਚੱਲਣ ਜੋਗੇ ਹੋਈਏ। ਆਪਾਂ ਇੱਕ ਹੋਰ ਪਰਮੇਸ਼ਵਰ ਦਾ ਵਚਨ ਦੇਖਾਂਗੇ ਕਿ ਜਦੋਂ ਅਸੀਂ ਪਰਮੇਸ਼ਵਰ ਦੀ ਮਰਜ਼ੀ ਤੋਂ ਬਾਹਰ ਹੋ ਜਾਂਦੇ ਹਾਂ, ਜਦੋਂ ਅਸੀਂ ਮੰਨ ਲਓ ਮਸੀਹ ਹੈਗੇ ਆਪਾਂ, ਪਰ ਜੇ ਅਸੀਂ ਬਾਈਬਲ ਪੜ੍ਹਨਾ ਛੋੜ ਦਈਏ, ਜੇ ਪ੍ਰਾਰਥਨਾ ਕਰਨਾ ਛੋੜ ਦਈਏ, ਜੇ ਆਪਣਾ ਜਿਹੜਾ ਧਿਆਨ ਹੈਗਾ ਉਹ ਸੰਸਾਰੀ ਚੀਜ਼ਾਂ ਵਾਲੇ ਪਾਸੇ ਲਗਾਈਏ ਤੇ ਉਹਦਾ ਕੀ ਅਸਰ ਹੋਏਗਾ, ਉਹਦਾ ਕੀ ਰਿਜ਼ਲਟ ਹੋਏਗਾ? ਵੀ ਵਿਲ ਸੀ 1 Timothy 6:9। पर जो धनी होना चाहते हैं वे ऐसी परीक्षा और फंदे और बहुत सी व्यर्थ और हानिकारक लालसाओं में फंसते हैं जो मनुष्यों को बिगाड़ देती है और विनाश के समुद्र में डुबा देती है। आमीन। ਕੀ ਕਹਿੰਦਾ ਹੈ? ਜਿਹੜਾ ਬੰਦਾ ਸੰਸਾਰ ਵਿੱਚ ਪੈਸੇ ਦੀ ਲਾਲਸਾ ਰੱਖਦਾ ਹੈ, ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਜੇ ਤੂੰ ਮੇਰੇ ਪਿੱਛੇ ਚੱਲੋਗੇ ਸਾਰੀ ਚੀਜ਼ਾਂ ਮੈਂ ਤੁਹਾਨੂੰ ਦੇ ਦਾਂਗਾ। ਕਿਉਂਕਿ ਮੇਰੇ ਇਹ ਸਾਰੀ ਚੀਜ਼ਾਂ ਕਿੰਨੇ ਇਖਤਿਆਰਿਤ ਨੇ? ਪਰਮੇਸ਼ਵਰ ਦੇ ਇਖਤਿਆਰ 'ਚ ਹੈਗੀਆਂ ਨੇ। ਪਰਮੇਸ਼ਵਰ ਸਾਨੂੰ ਬਲੈਸਿੰਗ ਦਿੰਦਾ ਹੈਗਾ, ਪਰਮੇਸ਼ਵਰ ਸਾਨੂੰ ਆਸ਼ੀਸ਼ਾ ਦਿੰਦਾ ਹੈਗਾ। ਤੇ ਜੇ ਅਸੀਂ ਪਰਮੇਸ਼ਵਰ ਤੇ ਵਿਸ਼ਵਾਸ ਰੱਖਾਂਗੇ ਤੇ ਆਪਾਂ ਨੂੰ ਕੋਈ ਚੀਜ਼ ਨਹੀਂ ਛੂ ਸਕਦੀ। ਪਰ ਜੇ ਅਸੀਂ ਸੰਸਾਰ ਦੇ ਪਿੱਛੇ ਭਜਾਂਗੇ, ਲਾਸਟ ਪੋਰਸ਼ਨ ਦੁਬਾਰਾ ਪੜ੍ਹ ਦਿਓ। और विनाश के समुद्र में डुबा देती है। विनाश के समुद्र में कि ਜਿਹਨੂੰ ਕਹਿੰਦੇ ਨੇ ਨਾਰਮਲ ਪੰਜਾਬੀ ਚ ਤਬਾਹੀ ਲੈ ਕੇ ਆਉਂਦੀ ਹੈ। क्या ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਵਿੱਚ ਤਬਾਹੀ ਆਵੇ? क्या मैं ਚਾਹਨਾ ਕਿ ਮੇਰੇ ਜੀਵਨ ਵਿੱਚ ਤਬਾਹੀ ਆਏ? ਨਹੀਂ। ਜੇ ਆਪਾਂ ਨਹੀਂ ਚਾਹੁੰਦੇ ਤੇ ਕੀ ਕਰਨਾ? ਆਪਾਂ ਜਾਗਤੇ ਰਹੋ ਔਰ ਪ੍ਰਾਰਥਨਾ में लगे रहो ताकि ਅਸੀਂ ਸ਼ੈਤਾਨ ਦੇ ਜਿਹੜੇ ਤੀਰ ਹੈਗੇ ਨੇ, ਉਹ ਕੀ ਕਹਿੰਦੇ ਨੇ, ਵਾਈਲਸ ਆਫ ਦਾ ਡੈਵਿਲ, ਸ਼ੈਤਾਨ ਦੀ ਜਿਹੜੀ ਯੁਕਤੀਆਂ ਹੈਗੀਆਂ ਨੇ, ਯੁਕਤੀਆਂ ਹੁੰਦਾ ਕੀ ਹੁੰਦਾ? ਮਤਲਬ ਚਲਾਕੀਆਂ ਹੈਗੀਆਂ ਨੇ। ਚਲਾਕੀਆਂ ਨਾਲ ਜੋ ਪਰਮੇਸ਼ਵਰ ਦੇ ਬੱਚਿਆਂ ਨੂੰ ਫਸਾਉਣਾ ਚਾਹੁੰਦਾ ਹੈਗਾ। ਨਹੀਂ, ਵੀ ਵਿਲ ਗੋ ਟੂ 2 Peter। ਜੇ ਚਲਾਕੀਆਂ ਨਾ ਕਰ ਉਹ ਸਾਡੇ ਪਿੱਛੇ ਪਿਆ ਰਹਿੰਦਾ ਹੈ ਤੇ ਇਸ ਕਰਕੇ ਅਸੀਂ ਆਪਣੇ ਆਪ ਨੂੰ ਵਿਨਾਸ਼ ਤੋਂ ਬਚਾਉਣਾ ਹੈ। ਆਪਾਂ ਹੁਣ ਦੇਖਾਂਗੇ ਕਿਵੇਂ ਪਰਮੇਸ਼ਵਰ ਦਾ ਵਚਨ ਹੈਗਾ ਉਹ ਆਪਾਂ ਨੂੰ ਸਾਰੇ ਉਦਾਹਰਣ ਦੱਸਦਾ ਹੈ। ਨਵੇਂ ਨਿਯਮ ਵਿੱਚ ਵੀ ਪਰਮੇਸ਼ਵਰ ਪੁਰਾਣੇ ਨਿਯਮ ਦੀ ਗੱਲਾਂ ਸਾਨੂੰ ਯਾਦ ਕਰਾਉਂਦੇ ਨੇ ਜੀ ਕਿਵੇਂ ਉਹਨਾਂ ਨੇ ਨੂਹ ਨੂੰ, ਜਾਂ ਕਿਵੇਂ ਉਹਨਾਂ ਨੇ ਜਿਹੜਾ ਲੂਤ ਸੀਗਾ, ਲੌਟ ਐਂਡ ਨੋਆ, ਕਿਵੇਂ ਪਰਮੇਸ਼ਵਰ ਨੇ ਬਚਾਇਆ ਸੀ। ਇਹਦੇ 2 Peter 2:9 ਪੜਾਂਗੇ। ਉਹ ਦੱਸਦਾ ਹੈ ਕਿ ਜੇ ਪਰਮੇਸ਼ਵਰ ਨੇ ਉਹਨਾਂ ਨੂੰ ਬਚਾਇਆ ਸੀ, ਉਹ ਪਰਮੇਸ਼ਵਰ ਦੇ ਮਗਰ ਚੱਲਣ ਵਾਲੇ ਸੀਗੇ ਤੇ ਤੁਸੀਂ ਤੇ ਮੈਂ ਵੀ ਜੇ ਮਗਰ ਚੱਲਣ ਵਾਲੇ ਹੈਗੇ ਪਰਮੇਸ਼ਵਰ ਦੇ, ਪਰਮੇਸ਼ਵਰ ਸਾਨੂੰ ਬਚਾਏਗਾ। तो प्रभु भक्तों को परीक्षा में से निकाल लेना और अधर्मियों को न्याय के दिन तक दंड की दशा में रखना भी जानता है। परमेश्वर की है, ही इज इन कंट्रोल।
ਉਹ ਸਾਨੂੰ ਬਚਾ ਸਕਦਾ ਹੈਗਾ। ਜਿਵੇਂ ਜਦੋਂ ਨੋਆ ਦਾ ਟਾਈਮ ਹੈਗਾ ਸੀ, ਨੂਹ ਦਾ ਟਾਈਮ ਸੀ, ਉਹ ਤੇ ਉਹਦਾ ਪਰਿਵਾਰ 8 ਬੰਦੇ ਬਚਾਏ ਗਏ ਸੀਗੇ, ਪਰਮੇਸ਼ਰ ਨੇ ਬਾਕੀ ਸਾਰੇ ਤਬਾਹ ਕਰਤੇ। ਉਵੇਂ ਜਿਵੇਂ ਜਦੋਂ ਲੂਤ ਦਾ ਸਮੇਂ ਆਇਆ, ਲੌਰਡ ਦਾ ਟਾਈਮ ਆਇਆ, ਉਹ ਜਿੱਥੇ ਰਹਿੰਦਾ ਸੀ ਉੱਥੇ ਸਾਰੇ ਧਰਮੀ ਲੋਕ ਸੀਗੇ, ਪਰ ਪਰਮੇਸ਼ਰ ਨੇ ਕੀ ਕੀਤਾ? ਪਰਮੇਸ਼ਰ ਆਪਾਂ ਯਾਦ ਰੱਖੀਏ, ਪਰਮੇਸ਼ਰ ਆਪਣੇ ਬੱਚਿਆਂ ਨੂੰ ਕਦੀ ਇਕੱਲਾ ਨਹੀਂ ਛੋੜਦਾ। ਪਰਮੇਸ਼ਵਰ ਦੀ ਜਿਹੜੀ ਆਪਣਾ ਸੁਰੱਖਿਆ ਹੈਗੀ ਏ, ਪਰਮੇਸ਼ਵਰ ਦੀ ਜਿਹੜੇ ਪਿਆਰ ਦੀ ਛਤਰੀ ਹੈਗੀ ਏ, ਪਰਮੇਸ਼ਵਰ ਦਾ ਜਿਹੜਾ ਅਨੁਗ੍ਰਹਿ ਹੈਗਾ, ਉਹ ਪਰਮੇਸ਼ਵਰ ਦੇ ਬੱਚਿਆਂ ਨਾਲ ਹਮੇਸ਼ਾ ਰਹਿੰਦਾ ਹੈ। ਲੌਟ ਭਾਵੇਂ ਉਹ ਕੀ ਕਹਿੰਦੇ ਨੇ, ਉਹ ਜਿੱਥੇ ਰਹਿੰਦਾ ਸੀ ਉੱਥੇ ਸਾਰੇ ਤਰਫ ਬੁਰਾਈ ਸੀ, ਪਰ ਕਿਉਂਕਿ ਉਹ ਰੱਬ ਦੇ ਨਾਲ ਚੱਲਦਾ ਰਿਹਾ, ਤੇ ਜਦੋਂ ਪਰਮੇਸ਼ਵਰ ਨੇ ਉਹ ਸਾਰਾ ਜਿਹੜਾ ਏਰੀਆ ਸੀਗਾ, ਉਹ ਕਹਿੰਦੇ ਨੇ ਬ੍ਰਿਮਸਟੋਨ ਦੇ ਨਾਲ, ਚੂਨੇ ਦੀ ਅੱਗ ਦੇ ਨਾਲ, ਜਦੋਂ ਪਰਮੇਸ਼ਵਰ ਨੂੰ ਸਾਰਾ ਮਿਲਿਆ ਮੇਟ ਕਰਤਾ, ਪਰ ਕੀ ਹੈ? ਆਪਣੇ ਬੱਚੇ ਨੂੰ ਨਹੀਂ ਛੋੜਿਆ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਨਿਕਾਲਿਆ। ਪਰ ਫਿਰ ਕੀ ਆਪਾਂ ਵਚਨ ਵਿੱਚ ਜਾਣਦੇ ਆ ਕਿ ਕੀ ਹੋਇਆ, ਕੀ ਵੱਡੀ ਗਲਤੀ ਕੀਤੀ ਲੌਰਡ ਦੀ ਵਾਈਫ ਨੇ? ਉਹਨੇ ਪਿੱਛੇ ਮੁੜ ਕੇ ਦੇਖਿਆ ਜਦੋਂ ਕਿ ਪਰਮੇਸ਼ਵਰ ਨੇ ਮਨਾ ਕੀਤਾ ਸੀ। ਜਿਹੜੀ ਚੀਜ਼ਾਂ ਪਰਮੇਸ਼ਰ ਸਾਨੂੰ ਮਨਾ ਕੀਤੀਆਂ ਨੇ, ਜੇ ਅਸੀਂ ਉਹਨਾਂ ਦੀ ਲਾਲਸਾ ਰੱਖਦੇ ਹੈਗੇ ਆ, ਜੇ ਸਾਡੇ ਮਨ 'ਚ ਉਹਨਾਂ ਦੀ ਇੱਛਾ ਹੈਗੀ ਹੈ, ਤੇ ਉਹ ਕੀ ਹੋਏ ਸੀ? ਪਰਮੇਸ਼ਰ ਦਾ ਵਚਨ ਨਹੀਂ ਕਹਿੰਦਾ, ਉਹ ਨਮਕ ਦਾ ਖੰਭਾ ਬਣ ਗਈ ਸੀ। ਅਸੀਂ ਕੀ ਚਾਹੁੰਦੇ ਆ? ਅਸੀਂ ਪਰਮੇਸ਼ਵਰ ਦੇ ਜਿਹੜਾ ਪਰਮੇਸ਼ਵਰ ਸਾਨੂੰ ਆਪਣੀ ਪ੍ਰੋਟੈਕਸ਼ਨ ਦਿੱਤੀ ਹੈ, ਅਸੀਂ ਉਹਦੇ ਤਾਈਓ ਰਹਿ ਸਕਦੇ ਹਾਂ ਜੇ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਚੱਲਦੇ ਰਹੀਏ, ਪਰਮੇਸ਼ਵਰ ਨਾਲ ਸਹਿਭਾਗੀਤਾ ਰੱਖੀਏ, ਪਰਮੇਸ਼ਵਰ ਨਾਲ ਫੈਲੋਸ਼ਿਪ ਰੱਖੀਏ, ਪਰਮੇਸ਼ਵਰ ਦਾ ਵਚਨ ਪੜ੍ਹੀਏ। ਤੇ ਆਖਰੀ ਵਰਸ ਪੜਾਂਗੇ ਕਿ ਇਹ ਸਾਰੇ ਕੰਮ ਕਰਨ ਨਾਲ ਕੀ ਹੋਏਗਾ? ਪਰਮੇਸ਼ਵਰ ਸਾਨੂੰ ਕੀ ਦਿੰਦਾ? ਮੁਕਟ ਦਿੰਦਾ ਹੈਗਾ, ਕਰਾਊਨ ਦਿੰਦਾ ਹੈਗਾ। ਜੇਮਸ 1:12, ਜਦੋਂ ਅਸੀਂ ਟੈਂਪਟੇਸ਼ਨ ਤੋਂ ਜਿੱਤ ਜਾਂਦੇ ਹਾਂ ਤੇ what we receive a crown from the Almighty God। धन्य है वह मनुष्य जो परीक्षा में स्थिर रहता है, क्योंकि वह खरा निकलकर जीवन का वह मुकुट पाएगा जिसकी प्रतिज्ञा प्रभु ने अपने प्रेम करने वालों से की है। आमीन। ते परमेश्वर दे बच्चों ने की है, परमेश्वर ने ਜਿਹੜੀ प्रतिज्ञा ਕੀਤੀ ਹੈ, परमेश्वर ने ਜਿਹੜਾ ਪ੍ਰੋਮਿਸ ਕੀਤਾ ਆਪਣੇ ਬੱਚਿਆਂ ਨੂੰ, ਉਹ ਪਰਮੇਸ਼ਰ ਸਾਨੂੰ ਆਪਣਾ ਕੀ ਕਹਿੰਦੇ ਨੇ ਅਵੇਲੇਬਲ ਕਰਾਉਂਦਾ ਹੈ। ਉਹ ਕੀ ਹੈ? ਮੁਕਟ ਹੈਗਾ। ਉਹ ਕੀ ਹੈ? ਅਨੰਤ ਜੀਵਨ ਹੈਗਾ। ਉਹ ਕੀ ਹੈ? ਹਮੇਸ਼ਾ ਨਾਲ ਪਰਮੇਸ਼ਵਰ ਦੇ ਨਾਲ ਰਹਿਣ ਦਾ ਆਪਾਂ ਨੂੰ ਪਰਮੇਸ਼ਵਰ ਕੀ ਕਹਿੰਦਾ ਹੈ? ਇਨਵੀਟੇਸ਼ਨ ਦਿੰਦਾ ਹੈ, ਆਪਾਂ ਨੂੰ ਮੌਕਾ ਦਿੰਦਾ ਹੈ, ਆਪਾਂ ਨੂੰ ਵਾਅਦਾ ਦਿੰਦਾ ਹੈ, ਪ੍ਰੋਮਿਸ ਦਿੰਦਾ ਹੈਗਾ। ਇਸ ਕਰਕੇ ਆਪਾਂ ਕੱਲ ਦੇ ਅੱਜ ਦਾ ਸਮਾਚਾਰ ਜਿਹੜਾ ਹੈਗਾ, ਉਹ ਦੋਨੋਂ ਇੱਕ ਦੂਜੇ ਨਾਲ ਮੇਲ ਖਾਂਦੇ ਨੇ। ਤਾਈਓ ਮੈਂ ਪਹਿਲੇ ਇੱਕ ਤੁਹਾਨੂੰ ਦੱਸਿਆ, ਫਿਰ ਅੱਜ ਦੂਜਾ ਦੱਸਿਆ ਕਿ ਜਦੋਂ ਅਸੀਂ ਆਪਣੇ ਆਪ ਨੂੰ, ਆਪਣੀਆਂ ਸੋਚਾਂ ਨੂੰ ਪਰਮੇਸ਼ਰ ਤੋਂ ਦੂਰ ਕਰ ਦਿੰਦੇ ਹਾਂ ਤੇ ਅਸੀਂ ਭਰਮਾਏ ਜਾਂਦੇ ਹਾਂ। ਜਦੋਂ ਵੀ ਅਸੀਂ ਸਾਨੂੰ, ਜਿਵੇਂ ਬਾਰ-ਬਾਰ ਕਹਿਣਾ, when you are about to commit a sin you have 90 seconds to think about it। ਜੇ ਉਹ 90 ਸੈਕਿੰਡ ਤੁਹਾਡਾ ਜ਼ਿੰਦਗੀ ਬਦਲ ਦੇਣਗੇ। ਕਿਉਂ? ਜਦੋਂ ਤੁਸੀਂ ਆਪਣੇ ਅੰਦਰ ਪਰਮੇਸ਼ਰ ਦਾ ਵਚਨ ਸਮਾਇਆ ਹੋਏਗਾ ਤੇ ਉਸ ਮੌਕੇ ਤੇ ਪਰਮੇਸ਼ਰ ਤੁਹਾਨੂੰ ਯਾਦ ਕਰਾਉਣਗੇ। ਪਵਿੱਤਰ ਆਤਮਾ ਜੀ ਤੁਹਾਡੇ ਮਦਦਗਾਰ ਤੁਹਾਡੇ ਨਾਲ ਹੈਗੇ ਨੇ, ਉਹ ਤੁਹਾਨੂੰ ਯਾਦ ਕਰਾਉਣਗੇ ਕਿ ਬੇਟਾ ਇਹ ਕੰਮ ਠੀਕ ਨਹੀਂ ਹੈਗਾ, ਇਹ ਪਰਮੇਸ਼ਰ ਦਾ ਵਚਨ ਇਹਦੀ ਗਵਾਹੀ ਨਹੀਂ ਦਿੰਦਾ, ਤੂੰ ਇਹ ਚੋਰੀ ਨਾ ਕਰ, ਤੂੰ ਇਸ ਔਰਤ ਨੂੰ ਬੁਰੀ ਨਜ਼ਰ ਨਾਲ ਨਾ ਦੇਖ, ਤੂੰ ਕੋਈ ਜੇ ਬੰਦਾ ਤਕਲੀਫ ਹੀ ਹੈਗਾ ਉਹਦੀ ਮਦਦ ਕਰਕੇ ਬਨਸਪਤ ਹੁੰਦਾ ਫਾਇਦਾ ਚੁੱਕਣ ਦੇ। ਤੇ ਸਾਰਿਆਂ ਵਾਸਤੇ ਪ੍ਰਾਰਥਨਾ ਹੈਗੀ ਹੈ ਕਿ ਅਸੀਂ ਹਰ ਪਲ कहना जागते रहो और प्रार्थना में लगे रहो। उसका क्या नतीजा होगा? हम लुभाने जाने से बचेंगे, शैतान की युक्तियों से बचेंगे, और जो परमेश्वर ने हमारे लिए मुकुट तैयार किया है उस मुकुट को हम लेने वाले होंगे। तो मेरा विश्वास है कि आज का संदेश साढ़े सारे वास्ते, जो असीं तुहाडे नाल संदेश साझा करते हैं, असीं भी अपने आप को तैयार करते हैं कि ਅਸੀਂ ਵੀ ਭਰਮਾਏ ਜੋ ਜਾਈਏ ਤੇ ਪਰਮੇਸ਼ਵਰ ਦੀ ਜਿਹੜੀ ਮੌਜੂਦਗੀ ਹੈਗੀ ਹੈ, ਪਰਮੇਸ਼ਵਰ ਦਾ ਜਿਹੜਾ ਵਚਨ ਹੈਗਾ, ਜਿਹੜਾ ਪਵਿੱਤਰ ਆਤਮਾ ਦੀ ਸਹਿਭਾਗੀਤਾ ਹੈਗੀ ਹੈ, ਉਹ ਸਾਡੇ ਨਾਲ ਰਵੇ ਤਾਂ ਕਿ ਅਸੀਂ ਪਰਮੇਸ਼ਵਰ ਦੇ ਜਨ ਪਾਈਏ। ਜੇ ਤੁਸੀਂ ਵੀ ਪਰਮੇਸ਼ਵਰ ਜਨ ਪਾਉਣਾ ਚਾਹੁੰਦੇ ਹੋ ਤੇ ਆਪਣੇ ਆਪ ਨਾਲ ਪਰਮੇਸ਼ਵਰ ਨਾਲ ਫੈਲੋਸ਼ਿਪ ਵਿੱਚ ਰੱਖੋ, ਪਰਮੇਸ਼ਵਰ ਦੇ ਲੋਕਾਂ ਨਾਲ ਫੈਲੋਸ਼ਿਪ ਵਿੱਚ ਰੱਖੋ,
ਸੰਸਾਰ ਵੱਲ ਦੇਖਣਾ ਬੰਦ ਕਰੋ, ਕਿਉਂਕਿ ਸੰਸਾਰ ਦਾ ਕੀ ਹੈ, ਇਸ ਪਲ ਹੈਗਾ, ਦੂਸਰੇ ਪਲ ਦਾ ਪਤਾ ਨਹੀਂ ਹੈਗਾ। ਤੇ ਮੇਰੀ ਸਾਰਿਆਂ ਵਾਸਤੇ ਪ੍ਰਾਰਥਨਾ ਹੈਗੀ ਹੈ ਕਿ ਅਸੀਂ ਸਾਰੇ ਪਰਮੇਸ਼ਵਰ ਵਿੱਚ ਹਰ ਰੋਜ਼ ਮਜ਼ਬੂਤ ਬਣੀਏ, ਸਟਰੋਂਗ ਬਣੀਏ। ਕਿਉਂ? ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਹੈਗੀ ਹੈ। ਤੇ ਉਹਦੇ ਵਾਸਤੇ ਸਾਡੇ ਕੋਲ ਕੀ ਹੈ? ਪਰਮੇਸ਼ਵਰ ਦੀ ਮਦਦ ਅਵੇਲੇਬਲ ਹੈਗੀ ਹੈ, ਪਰਮੇਸ਼ਵਰ ਦਾ ਵਚਨ ਅਵੇਲੇਬਲ ਹੈਗਾ ਹੈ, ਪਵਿੱਤਰ ਆਤਮਾ ਜੀ ਦੀ ਸਹਿਭਾਗਿਤਾ ਅਵੇਲੇਬਲ ਹੈਗੀ ਹੈ। ਸਾਰਿਆਂ ਨੂੰ ਜੈ ਮਸੀਹ। ਥੈਂਕ ਯੂ ਫਾਦਰ। ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਥੈਂਕ ਯੂ ਫਾਦਰ, ਅੱਜ ਦੇ ਵਚਨ ਵਾਸਤੇ ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੇ ਨਾਮ ਨੂੰ ਵਧਾਉਂਦੇ ਹਾਂ ਖੁਦਾਵੰਦ। ਸੱਚਮੁੱਚ ਫਾਦਰ, ਜਿਸ ਤਰ੍ਹਾਂ ਤੁਹਾਡੀ ਕਮਿੰਗ ਜਿਹੜੀ ਹੈ, ਸੈਕਿੰਡ ਕਮਿੰਗ ਨਜ਼ਦੀਕ ਆ ਰਹੀ ਹੈ, ਉਸੇ ਤਰ੍ਹਾਂ ਹੀ ਟੈਂਪਟੇਸ਼ਨਸ ਵੱਧਦੀਆਂ ਜਾ ਰਹੀਆਂ। ਸਾਰੇ ਪਾਸੇ ਵਚਨ ਦੇ ਅਨੁਸਾਰ ਲੌਲੈਸਨੈਸ ਔਰ ਹਰ ਪਾਸੇ ਕਿਓਸ ਹੈਗਾ ਖੁਦਾਵੰਦ, ਹਰ ਪਾਸੇ ਟੈਂਪਟੇਸ਼ਨ अथाह सागर तक पहुंची हुई खुदावन, बहुत उच्ची तक पहुंची है। पर हे खुदावन, तुसी सारिਆਂ ਤੋਂ ਉੱਚੇ ਪਰਮੇਸ਼ਵਰ ਹੋ। ਤੁਹਾਡੇ ਵਚਨ 'ਚ ਸਮਰਥ ਕਰੁਣਾ ਤੁਹਾਡੀ ਹੈ, ਸਮਰਥ ਤੁਹਾਡਾ ਹੈ ਖੁਦਾवन। ਸਾਡੇ ਸਭ ਦੀ ਮਦਦ ਕਰੋ ਕਿ ਸਾਨੂੰ ਆਪਣੇ ਵਚਨ ਨਾਲ ਪਿਆਰ ਕਰਨਾ ਸਿਖਾਓ। ਇਹ ਵਚਨ ਸਾਡੇ ਦਿਲਾਂ ਤੇ ਰਹੇ ਤਾਂ ਕਿ ਅਸੀਂ ਟੈਂਪਟੇਸ਼ਨ ਵਿੱਚ ਨਾ ਪਈਏ, ਤਾਂ ਕਿ ਅਸੀਂ ਗੁਨਾਹ 'ਚ ਨਾ ਪਈਏ ਖੁਦਾवन। ਕਿਉਂਕਿ ਵਚਨ 'ਚ ਲਿਖਿਆ ਕਿ ਪਰਮੇਸ਼ਵਰ ਸਾਨੂੰ ਟੈਂਪਟੇਸ਼ਨ 'ਚ ਨਹੀਂ ਪਾਉਂਦੇ, ਅਸੀਂ ਆਪਣੀ ਬੁਰਾਈ ਕਰਕੇ ਟੈਂਪਟੇਸ਼ਨ ਵਿੱਚ ਪਾਉਂਦੇ ਹਾਂ। ਟੈਂਪਟੇਸ਼ਨਸ ਜਿਹੜੀਆਂ ਹੈਗੀਆਂ, ਫਿਰ ਉਹ ਗਰਭਵਤੀ ਹੁੰਦੀ, ਪਾਪ ਨੂੰ ਜਨਮ ਦਿੰਦੇ, ਉਹ ਗਰਭਵਤੀ ਹੁੰਦੀ ਆ। ਉਹ ਜਦੋਂ ਪਾਪ ਜੰਮਦਾ, ਉਹਦੇ ਨਾਲ ਮੌਤ ਵੱਲ ਜਾਂਦੇ ਹਾਂ ਖੁਦਾਵੰਦ। हे ਪਿਤਾ ਪਰਮੇਸ਼ਵਰ, ਤਾਈਓ ਤੁਸੀਂ ਆਪਣੇ ਜੋ ਚੇਲਿਆਂ ਨੂੰ ਪ੍ਰਾਰਥਨਾ ਸਿਖਾਈ, ਉਹਦੇ ਵਿੱਚ ਇਹੀ ਸਿਖਾਇਆ ਕਿ ਸਾਨੂੰ ਬੁਰਾਈ ਤੋਂ ਦੂਰ ਰੱਖ ਔਰ ਟੈਂਪਟੇਸ਼ਨ ਵਿੱਚ ਨਾ ਪੈਂਦੇ। हे ਪਿਤਾ ਪਰਮੇਸ਼ਵਰ, ਅੱਜ ਵੀ ਅਸੀਂ ਉਹੀ ਦੁਆ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ ਹਰ ਬੁਰਾਈ ਤੋਂ ਬਚਾ ਕੇ ਰੱਖਣਾ ਖੁਦਾਵੰਦ, ਕਿਉਂਕਿ ਬਚਾ ਕਰਨ ਵਾਲੇ हे ਪ੍ਰਭੂ ਯੀਸ਼ੂ ਮਸੀਹ ਜੀ ਸਿਰਫ ਤੁਸੀਂ ਹੋ। ਅਸੀਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ ਤੇ ਅੱਜ ਦੇ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਥੈਂਕ ਯੂ ਫਾਦਰ, ਸਾਨੂੰ ਹਮੇਸ਼ਾ ਆਪਣੇ ਅਨੁਗ੍ਰਹਿ ਦੇ ਵਿੱਚ ਛਿਪਾ ਕੇ ਰੱਖਣਾ, ਪ੍ਰਭੂ ਯੀਸ਼ੂ ਦੇ ਨਾਮ ਨਾਲ, ਆਮੀਨ।